ਫਾਸਟਵੇ ਟੀਵੀ ਦੇਖਦੇ ਸਰੋਤਿਆਂ ਨੂੰ ਮੇਰੇ ਬੰਨਿਓ ਸਤਿ ਸ੍ਰੀ ਅਕਾਲ। ਆਰਐਸਐਸ ਅੱਤਵਾਦੀ ਕੀ ਬਣਾ ਰਹੇ ਨੇ ਯੋਜਨਾ ਧਰਨਿਆਂ ਨੂੰ ਲੈ ਕੇ, ਉਹ ਤੁਹਾਨੂੰ ਦੱਸਦੇ ਆ। ਪੰਜਾਬ ਪੁਲਿਸ ਦੀ ਗੁੰਡਾਗਰਦੀ ਸਾਹਮਣੇ ਆਈ ਆ ਕਿ ਕਿਸੇ ਦੇ ਘਰੇ ਚਲੇ ਗਏ ਸਿਵਲ ਵਰਦੀ ਦੇ ਵਿੱਚ, ਜਾ ਕੇ ਉਹਨਾਂ ਦੇ ਕੱਪੜੇ ਕੁੱਪੜੇ ਫੋਲ ਤੇ ਘਰ ਵਾਲਿਆਂ ਨੇ ਕਿਹਾ ਕਿ ਚੋਰ ਆ ਗਏ, ਡਾਕੂ ਆ ਗਏ। ਉਹਨਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ, ਸਾਰੀਆਂ ਬੁੜੀਆਂ ਨੇ ਇਕੱਠੀਆਂ ਹੋ ਕੇ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ 14 ਸਾਲ ਦਾ ਮੁੰਡਾ ਸੀ ਉਹਨੂੰ ਕੁੱਟਿਆ, ਧਰਤੀ ਤੇ ਲੰਮਾ ਪਾ ਕੇ। ਹੋਰ ਸਿਵਲ ਵਰਦੀ ਦੇ ਵਿੱਚ ਪੁਲਿਸ ਵਾਲੇ ਆ ਗਏ, ਵੱਧਦੇ ਹੀ ਚਲੇ ਗਏ, ਡਾਂਗਾ ਲੈ ਕੇ ਆਏ ਸੀ। ਬਹੁਤ ਬੁਰੀ ਤਰ੍ਹਾਂ ਨਾਲ ਉਹਨਾਂ ਦੇ 14 ਸਾਲ ਦੇ ਮੁੰਡੇ ਨੂੰ ਕੁੱਟਿਆ। ਜਦੋਂ ਉਹਨਾਂ ਦੇ ਨਾਲ ਆਪਣੇ ਮੁੰਡੇ ਨੂੰ ਛਡਾਉਣ ਦੇ ਲਈ ਘਰ ਦੀਆਂ ਬੁੜੀਆਂ ਵੀ ਉਹਨਾਂ ਨੂੰ ਪੈ ਨਿਕਲੀਆਂ, ਤੁਸੀਂ ਸਾਡੇ ਮੁੰਡੇ ਨੂੰ ਵੀ ਕੁੱਟੀ ਜਾਂਦੇ ਹੋ ਤੇ ਸਾਡੇ ਸਾਰੇ ਟਰੰਕ ਵੀ ਫੋਲੀ ਜਾਂਦੇ ਹੋ, ਤੇ ਕਹਿੰਦੇ ਜੀ ਅਸੀਂ ਤਾਂ ਪੁਲਿਸ ਵਾਲੇ ਆ। ਦੱਸੋ, ਸਿਵਲ ਵਰਦੀ 'ਚ ਆਏ ਆ, ਕੋਈ ਕੋਲੇ ਵਾਰੰਟ ਨਹੀਂ, ਕੋਈ ਕੋਲੇ ਪੇਪਰ ਨਹੀਂ। 14 ਸਾਲ ਦਾ ਮੁੰਡਾ ਜੋ ਕਿ ਨਾਬਾਲਗ ਆ, ਕੋਈ ਤੁਹਾਡੇ ਕੋਲੇ ਵਾਰੰਟ ਨਹੀਂ, ਕੋਈ ਤੁਹਾਡੇ ਕੋਲੇ ਕੋਰਟ ਦਾ ਪੇਪਰ ਨਹੀਂ, ਲੈਣਾ ਨਹੀਂ ਦੇਣਾ ਨਹੀਂ, ਤੁਸੀਂ ਕਿਸੇ ਦਾ ਘਰ ਆ ਕੇ ਫੋਲਣ ਲੱਗ ਗਏ ਹੋ। ਕਹਿੰਦੇ ਜੀ ਅਸੀਂ ਇਸ ਲਈ ਆਏ ਆ ਕਿ ਤੁਹਾਡੇ ਸਾਨੂੰ ਪਤਾ ਲੱਗਿਆ ਘਰੇ ਕਿ ਤੁਸੀਂ ਨਸ਼ਾ ਵੇਚਦੇ ਹੋ। ਜੇ ਅਸੀਂ ਕੋਈ ਨਸ਼ਾ ਵੇਚਦੇ ਆ, ਤੁਹਾਡੇ ਕੋਲੇ ਕੋਈ ਪ੍ਰੂਫ ਹੈ ਕਿ ਅਸੀਂ ਨਸ਼ਾ ਵੇਚਦੇ ਆ, ਜਾਂ ਤੁਹਾਡੇ ਕੋਲੇ ਕੋਈ ਕੋਰਟ ਦੇ ਪੇਪਰ ਹੈ, ਕੋਈ ਵਾਰੰਟ ਲੈ ਕੇ ਆਏ ਹੋ ਕਿ ਸਾਨੂੰ ਫੜਨ ਦੇ ਲਈ? ਤੁਹਾਡੇ ਕੋਲ ਕਿਵੇਂ ਸਾਡੇ ਘਰੇ ਆ ਕੇ ਤੁਸੀਂ ਬਿਨਾਂ ਵਾਰੰਟ ਤੋਂ ਆ ਕੇ ਸਾਡੇ ਘਰੇ ਬੱਚੇ ਨੂੰ ਕੁੱਟਣ ਲੱਗ ਗਏ? ਜਦੋਂ ਘਰ ਵਾਲਿਆਂ ਨੇ ਵਿਰੋਧ ਕੀਤਾ, ਫਿਰ ਉਹਨਾਂ ਦੇ ਸਾਰੇ ਘਰਦਿਆਂ ਦੇ ਉੱਤੇ ਪਰਚੇ ਦਰਜ ਕਰਤੇ। ਇੱਕ ਬੰਦਾ ਪਾਗਲ ਸੀ, ਮੈਂਟਲ ਸੀਗਾ, ਉਹ ਮੈਂਟਲ ਬੰਦੇ ਦੇ ਉੱਤੇ ਵੀ ਪਰਚਾ ਦਰਜ ਕਰ ਦਿੱਤਾ। ਪਰਚਾ ਦਰਜ ਕੀਤਾ ਕਿ ਤੁਸੀਂ ਸਾਨੂੰ ਕਤਲ ਕਰ ਦੇਣਾ ਸੀ, ਤੁਸੀਂ ਸਾਨੂੰ ਮਾਰ ਦੇਣਾ ਸੀ। ਦੱਸੋ, ਇੱਕ ਤਾਂ ਕਿਸੇ ਦੇ ਘਰੇ ਚੋਰੀ ਕਰਨ ਗਏ ਨੇ ਸਿਵਲ ਵਰਦੀ ਦੇ ਵਿੱਚ। ਜਦੋਂ ਘਰ ਵਾਲਿਆਂ ਨੇ ਵਿਰੋਧ ਕੀਤਾ ਤੇ ਲੱਗੇ ਕਿ ਉਹ ਭਾਰੂ ਪੈ ਜਾਣਗੇ ਸਾਡੇ ਤੇ ਉਲਟਾ ਹੋ ਗਏ ਜੀ, ਤੁਹਾਡੇ ਘਰੇ ਅਸੀਂ ਨਸ਼ਾ ਲੱਭਣ ਲੱਗ ਗਏ ਸੀ। ਉਲਟਾ ਚੋਰ ਕਤਬਾਲ ਕੋ ਡਾਟੇ। ਇੱਕ ਤਾਂ ਕੋਲੇ ਪ੍ਰੂਫ ਕੋਈ ਨਹੀਂ, ਦੂਸਰਾ ਉਹਨਾਂ ਦੇ ਬੱਚੇ 14 ਸਾਲ ਦੇ ਉੱਤੇ ਪਰਚਾ ਦਰਜ ਕਰਤਾ, ਮੈਂਟਲ ਬੰਦਾ ਸੀ ਉਹਦੇ ਉੱਤੇ ਪਰਚਾ ਦਰਜ ਕਰਤਾ, ਤੇ ਘਰ ਦੀਆਂ ਜਿੰਨੀ ਵੀ ਲੇਡੀ ਸੀਗੀਆਂ ਸਾਰਿਆਂ ਤੇ ਪਰਚੇ ਦਰਜ ਕਰਤੇ। ਦੱਸੋ ਜੀ, ਇਹ ਹੈਗੀ ਸਾਡੀ ਪੰਜਾਬ ਪੁਲਿਸ ਵਾਲਿਆਂ ਦੀ ਹੋਰ ਗੁੰਡਾਗਰਦੀ ਸਾਹਮਣੇ ਆਈ ਆ। ਉਹ ਗੁੰਡਾਗਰਦੀ ਇਹ ਆ ਕਿ ਇੱਕ ਔਰਤ ਨੇ ਪੈਸੇ ਲੈਣੇ ਸੀ ਕਿਸੇ ਤੋਂ 35,000 ਰੁਪਈਆ। ਜਿਹਨੇ 35,000 ਰੁਪਈਆ ਦੇਣਾ ਸੀ, ਉਹਨੇ ਜਾ ਕੇ ਪੁਲਿਸ ਵਾਲਿਆਂ ਨੂੰ 10,000 ਰੁਪਈਆ ਦੇਤਾ ਵੀ ਮੈਂ ਉਹਦਾ 35,000 ਦੇਣਾ, ਤੁਸੀਂ ਮੇਰੇ ਤੋਂ 10,000 ਲੈ ਲਓ, ਤੁਸੀਂ ਉਹਨੂੰ ਕੁੱਟੋ ਤੇ ਮੁੜ ਕੇ ਮੇਰੇ ਕੋਲੋਂ ਪੈਸੇ ਲੈਣ ਨਾ ਆਵੇ। ਉਹ 10,000 ਰੁਪਈਆ ਪੁਲਿਸ ਨੂੰ ਦੇ ਕੇ ਉਸਨੇ ਉਹ ਲੇਡੀਜ਼ ਨੂੰ ਹੀ ਕਟਵਾਤਾ। ਲੇਡੀ ਪੁਲਿਸ ਸੀ, ਨਾਲ ਜੈਂਟਸ ਸੀਗੇ। ਉਹਨਾਂ ਨੇ ਉਹ ਲੇਡੀ ਨੂੰ ਲੰਬੀ ਪਾ ਕੇ ਉਹਦੇ ਪੈਰਾਂ ਤੇ ਡਾਂਗਾ, ਹੱਥਾਂ ਤੇ ਡਾਂਗਾ, ਢੂਹੀ ਤੇ ਉਹਨੂੰ ਉਸ ਤਰ੍ਹਾਂ ਕੁੱਟਿਆ ਜਿੱਦਾਂ ਕਿਸੇ ਕੋਈ ਅਪਰਾਧੀ ਨੂੰ ਵੀ ਨਹੀਂ ਕੁੱਟਦਾ, ਇੰਨੀ ਡੰਗਰਾਂ ਵਾਂਗੂ ਉਹ ਲੇਡੀਜ਼ ਨੂੰ ਕੁੱਟਿਆ। ਉਹਨਾਂ ਨੇ ਕਿਹਾ ਜੀ ਮੁੜ ਕੇ ਤੁਸੀਂ ਉਹਦੇ ਘਰੇ ਪੈਸੇ ਲੈਣ ਨਹੀਂ ਜਾਣਾ। ਦੱਸੋ, ਇਹ ਆ ਗੁੰਡਾਗਰਦੀ ਪੁਲਿਸ ਦੀ। 35,000 ਰੁਪਈਆ ਉਹਨੇ ਲੈਣਾ ਸੀ, ਉਹਦਾ 35,000 ਵੀ ਗਿਆ, ਤੇ ਉੱਤੋਂ ਦੀ ਉਹ ਲੇਡੀ ਨੇ ਕੁੱਟ ਖਾਧੀ, ਤੇ 10,000 ਪੁਲਿਸ ਵਾਲਿਆਂ ਨੇ ਆਪਣੀ ਜੇਬ 'ਚ ਪਾਇਆ, ਤੇ 35,000 ਖਤਮ। ਇਹ ਆ ਜੀ ਅੱਜ ਦੀ ਪੁਲਿਸ, ਪੰਜਾਬ ਦੀ ਕੈਪਟਨ ਦੀ ਪੁਲਿਸ। ਕੈਪਟਨ ਨੂੰ ਤਾਂ ਪੈਸਾ ਚਾਹੀਦਾ, ਕੈਪਟਨ ਨੇ ਤਾਂ ਖੁੱਲੀ ਸੁੱਟੀ ਦੇਤੀ ਆ ਪੁਲਿਸ ਵਾਲਿਆਂ ਨੂੰ ਵੀ ਭਾਈ ਕਿਸੇ ਨੂੰ ਕੁੱਟੋ, ਮਾਰੋ, ਜਿੰਨਾ ਜ਼ੁਲਮ ਕਰਨਾ ਕਰੋ, ਤੁਸੀਂ ਮੈਨੂੰ ਪੈਸੇ ਲਿਆ ਕੇ ਦਿਓ, ਮੰਥਲੀ ਪੈਸਾ ਸਾਨੂੰ ਇੰਨਾ ਚਾਹੀਦਾ। ਉਧਰ ਨਰਿੰਦਰ ਮੋਦੀ ਕਹਿੰਦਾ ਜੀ ਮੈਂ ਤਾਂ ਭਾਰਤ ਦੇ ਕਿਸਾਨਾਂ ਦੀ ਜ਼ਮੀਨ ਆ ਜਿਹੜੀ ਉਹ ਰਿਲਾਇੰਸ ਨੂੰ ਦੇ ਦਿੱਤੀ ਆ, 3 ਬਿੱਲ ਬਣਾਤੇ ਤੇ ਗਈ ਤਾਂ ਗਈ ਜ਼ਮੀਨ। ਹੁਣ ਉਹ ਜ਼ਮੀਨ ਦੇ ਤੁਸੀਂ ਹੱਕਦਾਰ ਨਹੀਂ ਹੈਗੇ, ਹੁਣ ਤਾਂ ਰਿਲਾਇੰਸ ਹੀ ਆ ਆਸਤੇ ਸਾਰੇ ਭਾਰਤੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲੂਗਾ। ਤੁਹਾਨੂੰ ਬਣਾਵਾਂਗੇ ਅਸੀਂ ਗੁਲਾਮ, ਬੰਦੀ ਮਜ਼ਦੂਰ ਬਣਾਵਾਂਗੇ, ਡੰਡੇ ਮਾਰ ਮਾਰ ਕੇ ਤੁਹਾਡੇ ਕੋਲੋਂ ਕੰਮ ਕਰਾਇਆ ਕਰਾਂਗੇ। ਅਸੀਂ ਦੱਸ ਦਾਂਗੇ ਕਿ ਆਰਐਸਐਸ ਤੇ ਰਿਲਾਇੰਸ ਕੀ ਚੀਜ਼ ਆ, ਅਸੀਂ ਦੱਸ ਦਾਂਗੇ ਭਾਰਤ ਦੇ ਲੋਕਾਂ ਨੂੰ। ਪਰ ਭਾਰਤ ਦੇ ਲੋਕਾਂ ਨੇ ਵੀ ਇਹ ਮੱਥ ਲਿਆ ਕਿ ਮੋਦੀ ਜਿੱਧਰ ਨੂੰ ਮਰਜ਼ੀ ਭੱਜ ਲਾ, ਤੂੰ ਭੱਜਦਿਆਂ ਨੂੰ ਬਾਣ ਇੱਕੋ ਜਿਹੇ ਨੇ। ਜੇ ਤੇਰੇ ਕੋਲੇ ਤੇਰੀ ਅੱਤਵਾਦੀ ਪੁਲਿਸ ਜਾਂ ਅੱਤਵਾਦੀ ਫੌਜ ਆ, ਤਾਂ ਇੱਧਰ ਵੀ ਦੇਸ਼ ਦੇ ਲੋਕ ਨੇ, ਸਾਰੇ ਦੇਸ਼ ਦੇ ਲੋਕ ਇਕਮੁੱਠ ਨੇ। ਇਕਮੁੱਠ ਹੋ ਕੇ ਤੇਰਾ ਹੁਣ ਤਖਤਾ ਪਲਟ ਕੇ ਹਟਣਗੇ ਇਹ ਭਾਰਤ ਦੇ ਲੋਕ। ਤੂੰ ਹੁਣ ਚੈਲੰਜ ਆ ਤੈਨੂੰ, ਮੋਦੀ ਜਿੱਧਰ ਨੂੰ ਮਰਜ਼ੀ ਭੱਜ ਲਾ, ਹੁਣ ਤੇਰੇ ਕੋਲੋਂ ਭੱਜ ਨਹੀਂ ਹੋਣਾ, ਦੌੜ ਜਿੱਧਰ ਦੌੜਨਾ। ਉਹ ਹਾਲਾਤ ਨਾ ਤੇਰੇ ਬਣ ਜਾਣ ਜਿਹੜੇ ਹਾਲਾਤ ਗਦਾਫੀ ਦੇ ਬਣੇ ਸੀ। ਕਿਤੇ ਉਸ ਤਰ੍ਹਾਂ ਤੈਨੂੰ
ਖੱਡਾਂ ਦੇ ਵਿੱਚ ਲੁਕਣਾ ਨਾ ਪੈ ਜਾਵੇ। ਜੇ ਤੂੰ ਬਾਹਲੀ ਅੱਤ ਚੱਕੇਗਾ ਹਾਲਾਤ ਤੇਰੇ ਗਦਾਫੀ ਵਾਲੇ ਹੀ ਹੋਣਗੇ। ਦੂਜੇ ਪਾਸੇ ਆਰਐਸਐਸ ਜੋ ਅੱਤਵਾਦੀ ਆਰਐਸਐਸ ਆ ਉਹਨਾਂ ਨੇ ਆਪਣੇ ਬੰਦੇ ਧਰਨਿਆਂ ਦੇ ਵਿੱਚ ਬਾੜਤੇ ਜੋ ਕਿ ਸਿੱਖਾਂ ਦੇ ਭੇਸ ਦੇ ਵਿੱਚ ਉਹ ਆਪਣੀ ਬਾਹ ਲਾਉਂਦੇ ਨੇ ਕਿ ਕਿੱਦਾਂ ਨਾ ਕਿੱਦਾਂ ਧਰਨਿਆਂ ਨੂੰ ਖਰਾਬ ਕਰੀਏ, ਕਿਸ ਤਰ੍ਹਾਂ ਧਰਨਿਆਂ ਨੂੰ ਉਠਾਈਏ ਇੱਥੋਂ। ਇੱਕ ਪਾਸੇ ਤਾਂ ਲੋਕਾਂ ਨੂੰ ਮੀਟਿੰਗ 'ਚ ਬੁਲਾਉਂਦੇ ਨੇ, ਦੂਜੇ ਪਾਸੇ ਕੋਰਟ ਦੇ ਹੀ ਸਹਾਰਾ ਲੈਂਦੇ ਨੇ। ਜਿਹੜੇ ਲੋਕ ਧਰਨਿਆਂ 'ਚ ਬੈਠੇ ਨੇ ਉਹ ਧਰਨੇ ਚੱਕੇ ਜਾਣ ਕਿਉਂਕਿ ਉੱਥੋਂ ਕਰੋਨਾ ਫੈਲਦਾ। ਦੂਰੀ ਰਾਜਨੀਤੀ ਇਹ ਕਰਦੇ ਨੇ। ਜਿੰਨੀ ਵੀ ਇਹਨਾਂ ਤੋਂ ਬਾਹ ਲੱਗੂਗੀ ਇਹ ਆਪਣੀ ਲਾਉਣਗੇ। ਆਰਐਸਐਸ ਨਰਿੰਦਰ ਮੋਦੀ ਇਹ ਗੁੰਡਾਗਰਦੀ ਜਿੰਨੀ ਇਹਨਾਂ ਤੋਂ ਵੱਧ ਕਰ ਹੋਊਗੀ ਇਹ ਗੁੰਡਾਗਰਦੀ ਬਦਮਾਸ਼ੀ ਕਰਨਗੇ, ਅਲੱਗ-ਅਲੱਗ ਤਰੀਕੇ ਬਣਾਉਣਗੇ। ਇਹ ਕਿਹੜੇ ਗੰਦੇ ਤਰੀਕੇ ਬਣਾਉਂਦੇ ਨੇ, ਕਿੱਦਾਂ ਇਨਸਾਨੀਅਤ ਦੇ ਉੱਤੇ ਜ਼ੁਲਮ ਕਰਦੇ ਨੇ, ਇਹ ਸਾਰੀ ਦੁਨੀਆ ਦੇ ਸਾਹਮਣੇ ਹੀ ਆਉਣਾ। ਅੱਜ ਜੋ ਪੂਰੇ ਭਾਰਤ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਨੇ ਮੀਟਿੰਗ ਕੀਤੀ। ਉਹ ਮੀਟਿੰਗ ਦੇ ਵਿੱਚ ਕੀ ਕਹਿੰਦੇ ਨੇ, ਕੀ ਸੁਨੇਹਾ ਦਿੰਦੇ ਨੇ ਪੂਰੇ ਭਾਰਤ ਦੇ ਲੋਕਾਂ ਨੂੰ, ਹੁਣ ਆਪਾਂ ਉਹ ਸੁਣਦੇ ਹਾਂ। ਦੂਜੀ ਜਿਹੜੀ ਪੰਜਾਬ ਦੇ ਵਿੱਚ ਪੁਲਿਸ ਵਾਲਿਆਂ ਨੇ ਗੁੰਡਾਗਰਦੀ ਕੀਤੀ ਆ ਉਹਦੀ ਨਿਊਜ਼ ਵੀ ਆਪਾਂ ਦੇਖਦੇ ਹਾਂ। ਤੇ ਪੂਰੇ ਭਾਰਤ ਦੇ ਵਿੱਚ ਕਿੰਨੀਆਂ ਲੁੱਟਾਂ ਖੋਹਾਂ ਚੋਰੀਆਂ ਡਕੈਤੀਆਂ ਜਿੰਨੀਆਂ ਵੀ ਹੋਈਆਂ ਉਹ ਸਾਰੀ ਹੁਣ ਆਪਾਂ ਨਿਊਜ਼ ਦੇਖਦੇ ਹਾਂ। ਆਓ ਦੇਖੀਏ। ਸਾਰੀਆਂ ਜਥੇਬੰਦੀਆਂ ਨੇ ਲਏ ਗਏ ਨੇ। ਉਹਦੇ ਵਿੱਚ 5 ਦਸੰਬਰ ਨੂੰ ਮੋਦੀ ਗਵਰਨਮੈਂਟ ਤੇ ਕਾਰਪੋਰੇਟ ਘਰਾਣਿਆਂ ਦਾ ਇਹ ਪੁਤਲੇ ਫੂਕੇ ਜਾਣਗੇ। ਸਾਰੇ ਇੰਡੀਆ ਦੇ ਵਿੱਚ 5 ਤਰੀਕ ਨੂੰ ਕਾਰਪੋਰੇਟ ਘਰਾਣੇ ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ। 7 ਤਰੀਕ ਨੂੰ ਜਿੰਨੇ ਮੈਡਲ ਮਿਲੇ ਆ ਜਿਨ੍ਹਾਂ ਵੀ ਵੀਰਾਂ ਨੂੰ ਉਹ ਆਪਦੇ ਮੈਡਲ ਜਿਹੜੇ ਆ ਉਹ ਵਾਪਸ ਕਰਨਗੇ। ਔਰ 8 ਤਰੀਕ ਨੂੰ ਅਸੀਂ ਕਾਲ ਦਿੱਤੀ ਆ ਪੂਰਨ ਤੌਰ ਤੇ ਭਾਰਤ ਬੰਦ ਦਾ ਸੱਦਾ ਦਿੱਤਾ। ਸਾਰਾ ਭਾਰਤ ਅਸੀਂ ਬੰਦ ਕਰ ਦਵਾਂਗੇ ਤੇ ਸਾਰੇ ਜਿਹੜੇ ਟੋਲ ਪਲਾਜ਼ੇ ਆ ਉਹ ਵੀ ਅਸੀਂ ਖਿਲਾ ਦਵਾਂਗੇ। ਇਹ ਅਸੀਂ ਅੱਜ ਜਿਹੜੀਆਂ ਕਾਲਾਂ ਦੇ ਕੇ ਆਏ ਹਾਂ। ਜਿਹੜੇ ਟੋਲ ਪਲਾਜ਼ੇ ਫ੍ਰੀ ਕਰ ਦਵਾਂਗੇ ਸਾਰੇ, ਜਿਵੇਂ ਪੰਜਾਬ ਦੇ ਵਿੱਚ ਫ੍ਰੀ ਨੇ ਇਸ ਤਰ੍ਹਾਂ ਅਸੀਂ ਇੰਡੀਆ ਦੇ ਵਿੱਚ ਵੀ ਸਾਰੇ ਉਹ ਫ੍ਰੀ ਕਰਨ ਜਾ ਰਹੇ ਹਾਂ 1 ਦਿਨ ਲਈ। ਤੇ ਉਸ ਤੋਂ ਬਾਅਦ ਜਿਹੜੀ ਸਾਡੀ ਲੰਮੀ ਤਿਆਰੀ ਆ, ਸਾਡੇ ਕੋਲ ਪੂਰੀ ਸਪੋਰਟ ਸਾਰੇ ਸੂਬਿਆਂ ਤੋਂ ਆ ਰਹੀ ਆ। ਸਾਰੇ ਜਿਵੇਂ 2 ਹੀ ਰਸਤੇ ਜਿਹੜੇ ਨੇ ਯੂਪੀ ਦੇ ਵੀ ਬੰਦ ਹੋ ਚੁੱਕੇ ਨੇ, ਉੱਪਰਲਾ ਪੁਲ ਵੀ ਬੰਦ ਕਰਤਾ ਹੈ, ਅੱਜ ਥੱਲੇ ਵਾਲਾ ਪੁਲ ਵੀ ਬੰਦ ਕਰ ਦਿੱਤਾ। ਆਉਣ ਵਾਲੇ ਦਿਨਾਂ 'ਚ ਅਸੀਂ ਜਿਹੜੀ ਦਿੱਲੀ ਦੀ ਪੂਰਨ ਤੌਰ ਤੇ ਜਿਹੜੀ ਨਾਕਾਬੰਦੀ ਆ, ਜਿਹੜੀਆਂ 2 ਸੜਕਾਂ ਬਚਦੀਆਂ ਨੇ ਅਸੀਂ ਤਿਆਰੀ ਕਰ ਲਈ 8 ਤਰੀਕ ਤੱਕ, ਉਹ ਵੀ ਪੂਰੀ ਕੋਸ਼ਿਸ਼ ਕਰਾਂਗੇ ਤੇ ਉਹ ਪੂਰੇ ਤੌਰ ਤੇ ਜਿਹੜੇ ਨੇ ਨਾਕੇ ਬੰਦ ਕਰ ਦਿੱਤੇ ਜਾਣਗੇ। ਅੱਜ ਸਾਡੇ ਨਾਲ ਸਾਰੇ ਭਾਰਤ ਦੇ ਕਿਸਾਨ ਆ ਗਏ ਨੇ। ਕਿੱਥੇ ਬੰਗਲੌਰ ਦੇ ਵਿੱਚ ਵੀ ਧਰਨੇ ਦਿੱਤੇ ਜਾ ਰਹੇ ਆ, ਕਰਨਾਟਕਾ ਦੇ ਵਿੱਚ ਧਰਨੇ ਦਿੱਤੇ ਜਾ ਰਹੇ ਆ, ਮਹਾਰਾਸ਼ਟਰ ਦੇ ਵਿੱਚ ਵੀ ਧਰਨੇ ਦਿੱਤੇ ਜਾ ਰਹੇ ਨੇ ਤੇ ਸਾਰੀ ਲੀਡਰਸ਼ਿਪ ਸਾਡੇ ਕੋਲ ਆ ਗਈ ਆ। ਇਕੱਲਾ ਇਹ 1 ਜਾਂ 2 ਸੂਬਿਆਂ ਦਾ ਨਹੀਂ ਰਿਹਾ, ਪੂਰਨ ਤੌਰ ਤੇ ਸਾਰੇ ਨਾਲ ਸੂਬੇ ਜੁੜ ਗਏ ਨੇ ਤੇ ਅਸੀਂ ਪੂਰਨ ਇਹਨੂੰ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ ਤੇ ਗਵਰਨਮੈਂਟ ਨੂੰ ਝੁਕਾ ਕੇ ਹੀ ਦਮ ਲਵਾਂਗੇ, ਝੁਕਾ ਕੇ ਹੀ ਜਾਵਾਂਗੇ। ਦੇਖੋ ਤੁਸੀਂ ਪੰਜਾਬ ਤੋਂ ਕਿਵੇਂ ਗੱਡੀਆਂ ਭਰ ਕਿਵੇਂ ਰਾਸ਼ਨ ਆ ਰਿਹਾ, ਹਰ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਇੱਕ ਬੰਦਾ ਕਹਿੰਦਾ ਵੀ ਮੈਂ ਅੰਦੋਲਨ ਦਾ ਹਿੱਸਾ ਬਣਨਾ। ਹਰ ਇੱਕ ਲੋਕ ਸਾਡੇ ਕੋਲ ਆ ਰਹੇ ਨੇ। ਅਸੀਂ ਹੋਰ ਵੀ ਬੇਨਤੀ ਕਰ ਰਹੇ ਹਾਂ ਵੀ ਆ ਜੋ ਲੰਮੀ ਲੜਾਈ ਆ, ਸਾਰੇ ਜਿਹੜਾ ਬੰਦਾ ਘਰੇ ਨਾ ਰਹੇ, ਕੋਈ ਵੀਰ ਕਿਸਾਨ ਘਰੇ ਨਾ ਰਹੇ, ਸਾਰੇ ਵੀਰ ਇੱਥੇ ਆਓ ਤੇ ਲੰਮੀ ਲੜਾਈ ਲੜਨ ਨੂੰ ਤਿਆਰ ਆ, ਪੱਕੇ ਤੌਰ ਤੇ ਬੈਠਣ ਨੂੰ ਤਿਆਰ ਆ। ਤੇ ਅਸੀਂ ਇਹ ਵੀ ਗਵਰਨਮੈਂਟ ਨੂੰ ਕਿਹਾ ਛੇਤੀ ਤੁਸੀਂ ਸੈਸ਼ਨ ਬੁਲਾਓ, ਸੈਸ਼ਨ ਬੁਲਾ ਕੇ ਜਿਹੜੇ ਇਹਦੇ ਵਿੱਚ ਕਾਨੂੰਨ ਆ ਜਿਹੜੇ ਬਣਾਏ ਗਏ ਨੇ, ਕਾਨੂੰਨ ਕਾਲੇ ਕਾਨੂੰਨ ਨੇ, ਇਹਨਾਂ ਨੂੰ ਰੱਦ ਕਰੋ। ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਵੇ ਤੇ ਇਹ ਕਾਨੂੰਨ ਰੱਦ ਕੀਤੇ ਜਾਣ। ਇਹ ਅਸੀਂ ਕਹੇ। आज किसान बेचैन है, दिल्ली आना चाहता। ये जो कोविड की वजह से जो हालात हैं, जो ट्रेनें नहीं चल रही हैं और जो ट्रांसपोर्ट उपलब्ध नहीं है, उसकी वजह से अब तक धैर्य किए हुए किसान बैठा था, लेकिन किसान का धैर्य चूक गया। किसान पैदल आने के लिए भी तैयार। आज तमिलनाडु में हमारा प्रदर्शन था, हमारा कर्नाटक में निरंतर हर पंचायत स्तर पे प्रदर्शन चल रहा। हमने अपने तमाम स्टेटों के किसानों को, नेताओं को ये कह दिया कि वो दिल्ली पहुंच जाएं और जो संगठन है वो तैयारी कर ले, क्योंकि जैसा सरकार का रवैया है उसको देखते हुए शायद सरकार हमारी और परीक्षा लेने चाहती है। सरकार को गफलत और गलतफहमी है। सरकार को समझ लेना चाहिए ये कोविड तो छोटी बीमारी थी, ये जिसको हाथ उन्होंने लगा दिया ये कोविड का बाप। ये देश का किसान आज एक सुर में खड़ा। आज किसान अपने भाई के साथ कंधे से, एक दूसरे के साथ कंधा से कंधा मिला के खड़ा। और इस यज्ञ में
जो किसान पिछड़ जाएगा उसकी पीढ़ियां उसको माफ नहीं करेंगी कि एक बड़ा यज्ञ किसानों ने दिल्ली में शुरू किया था, आप कहाँ थे उस समय, जवाब नहीं दे पाएंगे अपने बच्चों को। तो ये मैं जो मेरे किसान भाई घर बैठे हैं, जो सो रहे हैं, जो गफलत में है, वो तैयारी करे और इस दिल्ली के यज्ञ में आके अपनी आहुति दे। लड़ाई आर पार की होगी, पीछे हटने का सवाल ही पैदा नहीं होता है। पंजाब के संगठन मीट करने के बाद पंजाब के साथियों के साथ, हरियाणा के साथियों के साथ पूरा देश के सारे किसान संगठन का नेताओं ने मिला। अखिल भारतीय स्तर का जो संगठन है उसका नेताओं ने मिला। इसके साथ साथ केरला, कर्नाटक, आंध्र, महाराष्ट्र, गुजरात, उड़ीसा, उत्तर प्रदेश, सारे राज्य, बंगाल, सारे राज्यों का किसान नेताओं ने आज शामिल हुआ। ऑल इंडिया स्ट्रगल है, क्योंकि हमारा एक कोशिश चल रहा था, सरकार का साजिश है इसको सिर्फ सीमित रखने के लिए पंजाब आंदोलन बोल के, मगर आज दिखाया ये आंदोलन पूरा भारत में हो रहा है। अरे भारत में होगा, जैसा 26 जनवरी पूरा भारत में ग्रामीण बंद हुआ था, सिर्फ एक जगह में नहीं है। तो आज तय हुआ ये आंदोलन को हम आगे बढ़ाएंगे। सरकार का चरित्र आज साफ हो गया। काल सरकार कोई अमेंडमेंट रखेंगे तो हम लोग तय किया एक साथ मिलके, कोई अमेंडमेंट हम स्वीकार नहीं करेंगे, संशोधन, क्योंकि ये कानून सर से पैर तक ये सड़ा हुआ है। सो थोड़ा सा रिपेयर करके इसको भलाई नहीं हो सकता। ये सबसे ज्यादा जन विरोधी है, इसका पल पल जन विरोधी है, इसलिए इसको कोई संशोधन नहीं चलेगा, इसको संपूर्ण रूप से वापस लेना पड़ेगा। ये होगा काल हमारा मीटिंग में, हम सब एक साथ ये मांग को सरकारी मीटिंग में रखेंगे। उसके साथ एक बात सरकार माने, रिपील करने के स्वीकार करे ये सरकार कानून। तभी दूसरे बात भी हमारा एजेंडा बताया, और भी मांगे हैं, और पहले ये शर्त ये 3 कानून वापस लेना, ये हमारा इलेक्ट्रिसिटी बिल, ये हमारा मांग है। बहुत खुशी का बात है, सारे किसान संगठन सब एक साथ एक सुर में इसमें सहमत है। तो इसलिए ये आंदोलन हम जारी रखेंगे। नया नया संगठन रोज जोड़ रहा है, आज भी देखा, आज भी नया संगठन बहुत सारे जोड़ा है, जिसको नाम आपके सामने आया है। इसलिए इस आंदोलन को आगे बढ़ाना है, और इस आंदोलन को आज जैसा हो रहा है महाराष्ट्र में जगह जगह पे काल परसों वो सब घेराबंदी होगा। कर्नाटक में, बेंगलोर में असेंबली के सामने 1 हफ्ता लगातार धरना होगा। बंगाल में आज काल परसों लगातार चल रहा है, और काल पूरा बंगाल में रास्ता रोको होगा। बिहार में ये आंदोलन होगा, असम में ये आंदोलन होगा, उड़ीसा में भी ये आंदोलन का उड़ीसा नेता बताया, पूरा उड़ीसा में ये आंदोलन होगा। उत्तर प्रदेश, बिहार और पंजाब, ये तो लड़ाई है ही, पूरे हिंदुस्तान ये लड़ाई में रहेंगे। और सरकार तो झुकना शुरू किया है, मगर उसको ये इतना में हम खुश नहीं है। पहले बोला था आने नहीं देंगे, आने देना पड़ा। उसके बाद बोला तुमको बुरारी जाना पड़ेगा, हम नहीं गया, उसको मानना पड़ा। तीसरा बार बोला क्या बात करेंगे कंडीशन के साथ, नहीं माना, तो बोला ठीक है बिना कंडीशन। तीसरे बार झुका। चौथा बार चर्चा हुआ, आके हमारा बात नहीं सुनना चाहता था, पूरा बात सुना। उसके बाद 5वीं बात बोला कि हम संशोधन करेंगे, ये भी झुका है। पहले बात करने के लिए तैयार नहीं था, और आज कम से कम कानून में 10-12 जगह में खामियां है। स्वीकार किया कि आप जो बोला ये कानून में 10-12 जगह में खामियां है, हम इसको विचार करके संशोधन करेंगे, मगर ये यहाँ झुका है। मगर इतना झुकने से भी हिंदुस्तान के किसान खुश नहीं है। सरकार को ये कानून वापस लेना पड़ेगा। किसान के साथ जो गद्दारी करने का भूमिका किया है ये बंद करना पड़ेगा। यही है आज का मीटिंग का फैसला। धन्यवाद। सभी को नमस्कार। मैं तेलंगाना के किसान संगठन से हूँ। मैं ये बताना और आंध्र प्रदेश, तेलंगाना और आंध्र प्रदेश दोनों राज्यों में काम करते हैं, और मैं ये कहना चाहता हूँ, किसान संगठन का नाम है रैतु स्वराज वेदिका। और ये जो सरकार की ये कोशिश है कि इस लड़ाई को सीमित रखे, इसको हम पूरा नकारते हैं, क्योंकि फैक्ट तो ये है कि तेलंगाना और आंध्र प्रदेश में भी इन तीनों कानूनों के खिलाफ जो लड़ाई है
वो अगस्त 9 से शुरू हुई थी। जो क्विट इंडिया डे था उसी दिन हम कॉर्पोरेट क्विट इंडिया ये कानून को वापस लो करके पूरे तेलंगाना और आंध्र प्रदेश में हमने प्रदर्शन किए हैं और उस दिन से लेके लगातार इन कानूनों के खिलाफ हम लड़ रहे हैं वहां पे। लेकिन हम समझते हैं ये बीजेपी सरकार का जो कैरेक्टर है, चरित्र है, कि अगर आप उसका गर्दन मत नहीं पकड़े तो वो नहीं सुनते। तो पंजाब और हरियाणा के किसान आज वही करके दिखाए और उत्तर प्रदेश के किसान भी आ रहे हैं, राजस्थान के किसान भी आ रहे हैं। जैसे दिल्ली सरकार के गर्दन पकड़ के बैठे हैं, इसलिए वो बातचीत करने के लिए आए हैं। लेकिन हम ये भी क्लियर हैं कि सिर्फ बातचीत करके छोटे छोटे अमेंडमेंट्स इस बिल में लाने का, इस एक्ट में लाने का, वो हमें बिल्कुल मंजूर नहीं है। इन एक्ट को पूरी तरह से रिपील करना पड़ेगा। वही तेलंगाना और आंध्र प्रदेश के किसानों का भी डिमांड है। और दूसरी बात यह है कि यहाँ पे जो लड़ाई हो रही है, इसकी स्फूर्ति जो है, इसका इंस्पिरेशन जो है, हर एक किसान देश भर में ले रहे हैं। तेलंगाना और आंध्र प्रदेश में कई सारे जगह पे, कई सारे जिलों में धरना स्थल खुले हैं जहां अनिश्चितकाल धरना हो रहा है। जैसे यहाँ के किसान, पंजाब के किसान यहाँ पे बॉर्डर पे बैठे हैं, इसी तरह वहां पे ये धरना स्थल खुले हैं जहां पे किसान रोज बैठ रहे हैं। कई सारे जगह पे अनशन भी वो डिक्लेयर कर चुके हैं। ऐसा ही लड़ाई चल रहा है। कल जो मोदी सरकार और कॉर्पोरेट घरानों के पुतले जलाने का कार्यक्रम होगा वो भी दोनों राज्यों में होगा और दिसंबर 8 का भारत बंद जो है वो भी होगा। और हम ये भी एक कोशिश कर रहे हैं कि शहर के लोग जो होते हैं, जो किसान नहीं है लेकिन पूरी एक सिंपैथी के साथ इस स्ट्रगल में को देख रहे हैं, उनको भी इस स्ट्रगल में शामिल करने का बहुत सारे कार्यक्रम हम प्लानिंग कर रहे हैं। जैसे साइकिल रैली हर एक शहर में हो सकता है, वो हैदराबाद में प्लान कर रहे हैं। और अंत में ये बात मैं कहना चाहता हूं कि यहाँ जो लड़ाई चल रही है वो पूरी देश की लड़ाई है। तो ये सरकार इसको जो डिवाइड एंड रूल का जो रवैया अपना चाहती है, उसको हम पूरी तरह से डिफीट करेंगे। शुक्रिया। क्रिटिक की बात थी वो कल ओवर हो चुकी है। अब दो टुक बात होंगी। कल यही पूछा जाएगा कि आप कानून रद्द कर रहे हो कि नहीं कर रहे हो। सिर्फ कोई डिस्कशन नहीं होगी, सिर्फ इसी बात पर बात होगी। और मोदी सरकार सिर्फ इसीलिए अड़ी हुई है, कानून का उनको भी पता है कि ये एंटी पीपल है, एंटी फार्मर है। हम मानते हैं कि ये ट्रिपल लॉज है, जो ट्रिपल मर्डर कॉन्स्पिरेसी है, जो किसान का, मजदूर का और कस्टमर का कत्ल कर देगी। मोदी सरकार सिर्फ इसलिए अभी पीछे नहीं हटना चाहती कि इस कानून खत्म होने के साथ ही मोदी जो ऑरा है वो भी खत्म हो जाएगा। एक जो दहशत का राज उन्होंने 7 साल में उसारा था वो भी इसके साथ चकनाचूर हो जाएगा। लेकिन जितना बड़ा जन समर्थन इस आंदोलन का है, जो सिर्फ किसानों का नहीं, जन आंदोलन बन चुका है। और 7 साल में जितनी तानाशाही उन्होंने देश में बनाने की कोशिश की है, इस आंदोलन की जीत के साथ वो सारी की सारी अब समाप्त होने जा रही है। ਸਾਨੂੰ ਪਤਾ ਨਹੀਂ ਸੀ ਵੀ ਪੁਲਿਸ ਵਾਲੇ ਨੇ ਕਿ ਕੌਣ ਨੇ। ਘਰ ਦੇ ਵਿੱਚ ਬੈਠੇ ਹੀ ਪਰਚਾ ਦਰਜ ਹੋ ਗਿਆ ਸੀ ਹਾਂਜੀ ਤੁਹਾਡੇ ਡੈਡੀ ਤੇ ਵੀ ਹੋਇਆ? ਹਾਂਜੀ ਸਾਡੇ ਉਹਨਾਂ ਨੂੰ ਕੀ ਹੋਇਆ? ਉਹਨਾਂ ਦੇ ਮੈਂਟਲ ਹੈਗੇ ਨੇ। ਉਹਨਾਂ ਦੇ ਪਰਚਾ ਦਰਜ ਕਰਤਾ? ਹਾਂਜੀ ਉਹਨਾਂ ਦੇ ਐਵੇਂ ਨਜਾਇਜ਼ ਹੀ ਪਰਚਾ ਕਰਤਾ। ਹੁਣ ਤੁਸੀਂ ਕੀ ਐਸਐਸਪੀ ਤੇ ਮੰਗ ਕੀ ਕਰਦੇ ਹੋ? ਅਸੀਂ ਇਹੀ ਮੰਗ ਕਰਨੇ ਵੀ ਇਹ ਪਰਚੀ ਕੈਂਸਲ। ਹਾਂ, ਕੀ ਹੋਇਆ ਤੁਹਾਡੇ ਨਾਲ ਜਿਹੜਾ? ਸਾਡੇ ਨਾਲ ਜੀ ਇਸ ਤਰ੍ਹਾਂ ਬੰਦੇ ਪੈ ਗਏ ਸਾਨੂੰ ਆ ਕੇ ਮੋਟਰਸਾਈਕਲ ਤੇ ਆਏ ਤੇ ਮੇਰੇ ਵੀ ਉਹ ਗਲ ਪੈ ਗਏ। ਵੇਖੋ ਮੇਰੇ ਵੀ ਉਹਨਾਂ ਨੇ ਜੈਂਪਰ ਪਾੜਤਾ, ਗਲੇ ਤੋਂ ਫੜਿਆ, ਮੈਨੂੰ ਵੀ ਬਹੁਤ ਕੁੱਟਿਆ। ਫਿਰ ਮੇਰੇ ਨਾਲ ਦੀ ਮੇਰੀ ਦਰਾਣੀ ਜਠਾਣੀਆਂ ਬੈਠੀਆਂ ਸੀ, ਉਹਨਾਂ ਨੇ ਭੱਜ ਕੇ ਛਡਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦੇ ਵੀ ਗਲ ਪੈ ਗਏ। ਸਾਡੇ ਥੱਪੜ ਬੜੇ ਉਹਨਾਂ ਨੇ ਸਾਡੇ ਬੁਰੇ ਹਾਲਾਤ ਕੀਤੇ ਤੇ ਗਲ ਪੈ ਗਏ ਸਾਡੇ ਸਾਰਿਆਂ ਦੇ। ਸਾਡੇ ਬੱਚੇ ਨੂੰ ਵੀ ਉਹਨਾਂ ਨੇ ਬੜਿਆ ਕੁੱਟਿਆ। ਮੁੰਡਾ ਸਾਡਾ ਜੀ ਵੇਖੋ, ਮੁੰਡਾ ਸਾਡਾ ਤਾਂ ਪੜ੍ਹਾਈ ਕਰਦਾ ਸੀ, 14 ਸਾਲ ਦਾ ਮੁੰਡਾ ਸੀ, ਕਪੂਰਥਲੇ ਪੜ੍ਹਦਾ ਸੀ ਜੀ। ਉਹਨਾਂ ਦੇ ਲੋਕਡਾਊਨ ਕਰਕੇ ਛੁੱਟੀ ਗਈ ਸੀ ਜੀ, ਉਹਨਾਂ ਦੀ ਆਨਲਾਈਨ ਪੜ੍ਹਾਈ ਚੱਲ ਰਹੀ। ਘਰ ਦੇ ਬੈਠੇ ਦੇ ਵਿੱਚ ਹੀ ਪਰਚਾ ਦਰਜ ਕਰਤਾ ਮੁੰਡੇ ਤੇ ਵੀ? ਹਾਂਜੀ, ਘਰ ਦੇ ਬੈਠੇ ਤੇ ਹੀ ਆਂਦੇ ਗਲ ਪੈ ਗਏ। ਬਾਅਦ ਚ ਉਹਨਾਂ ਨੇ ਗੱਡੀਆਂ ਮੰਗਵਾ ਲਈਆਂ ਜੀ ਤੇ ਬਸ ਇਸੇ ਤਰ੍ਹਾਂ ਅਸੀਂ ਛਡਵਾਉਂਦੇ ਸੀ, ਸਾਡੇ ਉਹ ਗਲ ਪੈਂਦੇ ਸੀ। ਵੇਖੋ ਜੀ ਜਨਾਨੀਆਂ ਸੀ ਅਸੀਂ ਤੇ 4-5 ਜਨਾਨੀਆਂ ਸੀ, ਪੜੋਸ ਨੂੰ ਤਾਂ ਉਹਨਾਂ ਨੇ ਆਣ ਹੀ ਨਹੀਂ ਦਿੱਤਾ। ਬਾਕੀ ਸਾਡੇ ਗਲ ਪੈ ਗਏ ਤੇ ਸਾਡੇ ਗਲ ਪੈਣ ਵਿੱਚ ਅਸੀਂ ਕੋਈ ਉਹਨਾਂ ਦੇ ਨਾਲ ਜ਼ਬਰਦਸਤੀ ਸਾਨੂੰ ਉਹਨਾਂ ਨੇ ਬਹੁਤ ਜ਼ਿਆਦਾ ਕੁੱਟਿਆ।
ਤੁਸੀਂ ਕੋਈ ਹੱਥੋਂ ਪੱਕੀ ਨਹੀਂ ਕੀਤੀ ਉਹਨਾਂ ਨੂੰ? ਨਹੀਂ ਜੀ, ਸਾਡੇ ਕੋਲ ਹੱਥੋਂ ਬੱਕੀ ਕਿੱਥੇ, ਉਹਨਾਂ 4-4 ਜਣਿਆਂ ਸਾਨੂੰ ਸਾਰਿਆਂ ਨੇ ਫੜ ਲਿਆ, ਕੋਈ ਇਧਰੋਂ ਮਾਰਦਾ ਔਰ ਸੀ। ਤੁਹਾਡੇ ਤੇ ਕਿਸ ਤਰ੍ਹਾਂ ਪਰਚਾ ਦਰਜ ਕਰਾਤਾ ਜਿਹੜਾ ਤੁਸੀਂ ਉਹਨਾਂ ਤੇ ਹਮਲਾ ਕੀਤਾ? ਵੇਖੋ ਜੀ, ਅਸੀਂ ਉਹਨਾਂ ਤੇ ਕੀ ਕਰ ਸਕਦੇ ਸੀ? ਸਾਡੇ ਤੇ ਤਾਂ ਉਹਨਾਂ ਨੇ ਜਾਇਜ਼ ਕਰਤਾ ਨਾ, ਨਜਾਇਜ਼ ਕਰਤਾ ਸੀ, ਬੱਚੇ ਨੂੰ ਛਡਾਉਂਦੇ ਸੀ। ਇਹ ਤਾਂ ਕਾਰਵਾਈ ਉਹਨਾਂ ਨੇ ਕੀਤੀ ਸਾਡੇ ਤੇ, ਅਸੀਂ ਕੋਈ ਉਹਨਾਂ ਦੇ ਜ਼ੋਰ ਤਾਂ ਨਹੀਂ ਕਰ ਸਕਦੇ। ਤੁਹਾਡੇ ਤੇ ਇਰਾਦਾ ਕਤਲ ਪਾਇਆ, ਕੀ ਪਾਇਆ? ਸਾਡੇ ਤੇ ਉਹਨਾਂ ਨੇ, ਵੇਖੋ ਜੀ, ਸਾਨੂੰ ਤਾਂ ਪਿੱਛੇ ਪਤਾ ਲੱਗਾ ਵੀ ਇਹਨਾਂ ਨੇ 307 ਦਾ ਵੀ ਸਾਡੇ ਤੇ ਕੇਸ ਪਾਤਾ ਵੀ ਅਸੀਂ ਕਿਉਂ ਉਹਨਾਂ ਦੇ ਕੁਹਾੜੀਆਂ ਮਾਰੀਆਂ ਨੇ। ਸਾਨੂੰ ਤਾਂ ਪਤਾ ਹੀ ਉਦੋਂ ਲੱਗਿਆ ਵੀ ਜਦੋਂ ਯਕਦਮ ਆ ਗਏ ਮੋਟਰਸਾਈਕਲ ਤੇ ਬੱਚੇ ਨੂੰ ਫੜ ਲਿਆ, ਬੱਚੇ ਨੂੰ ਕੁੱਟਣ ਗਏ ਸੀ, ਛਡਾਣ ਲੱਗ ਗਏ, ਬਸ ਛਡਾਣ 'ਚ ਸਾਡੇ ਤੇ ਉਹਨਾਂ ਨੇ ਇੰਨਾ ਵੱਡਾ ਕਾਰਵਾਈ ਕੋਈ ਕਰਕੇ। ਬੱਚੀ ਤੇ ਵੀ ਪਰਚਾ ਦਰਜ ਕੀਤਾ ਜਿਹੜੀ? ਹਾਂਜੀ, ਬੱਚੀ ਤੇ ਵੀ ਕਰਤਾ। ਇੱਕ ਸਾਡਾ ਜੇਠ ਮੈਂਟਲ ਸੀ, ਕਰਨੈਲ ਸਿੰਘ ਜੀ, ਉਹਨਾਂ ਤੇ ਵੀ ਵੇਖੋ ਜੀ, ਉਹ ਜਮਾ ਮੈਂਟਲ ਹੈ, ਅੱਜ ਉਹਨਾਂ ਦੀ ਦਵਾਈ ਚੱਲਦੀ ਹੈ ਤੇ ਉਹਨਾਂ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ, ਤੇ ਉਹਨਾਂ ਤੇ ਵੀ ਅੱਜ ਪਰਚਾ ਦਰਜ ਹੋ ਚੁੱਕਾ ਹੈ। ਦੱਸੋ ਵੀ ਇਸ ਤਰ੍ਹਾਂ ਦੀ ਵੀ ਪੁਲਿਸ ਹੈਗੀ ਹੈ ਜਿਹੜੀ ਵੀ ਸਰਕਾਰ ਨੇ ਬਣਾ ਚੁੱਕੀ ਹੈ ਵੀ ਜਿਹੜੀ ਮੈਂਟਲ ਤੇ ਪਰਚਾ ਕੀਤਾ ਜਾਵੇ, ਬੱਚੀ ਕੁਵਾਰੀ ਲੜਕੀ ਤੇ ਪਰਚਾ ਕੀਤਾ ਜਾਵੇ ਤੇ ਬੱਚੇ ਪੜ੍ਹਾਈ ਵਾਲੇ ਤੇ ਪਰਚਾ ਕੀਤਾ ਜਾਵੇ। ਇਹ ਕੀ ਭਵਿੱਖ ਹੈ ਬੱਚੇ ਨੂੰ ਪੜ੍ਹਾਉਣ ਦੇ ਵਿੱਚ, ਉਹਨਾਂ ਦੀ ਜ਼ਿੰਦਗੀ ਖਰਾਬ ਕਰਨ ਵਾਸਤੇ? ਇਹ ਪੁਲਿਸ ਹੈ? ਇਹ ਕੋਈ ਪੁਲਿਸ ਨਹੀਂ। ਇਹਨਾਂ ਨੂੰ ਇਨਸਾਫ ਹੋਣਾ ਚਾਹੀਦਾ ਹੈ। ਇਹ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਵੀ ਇਹਦੇ ਇਨਸਾਫ ਦਿਓ ਕਿ ਇਹ ਪੁਲਿਸ ਨਜਾਇਜ਼ ਇਸ ਤਰ੍ਹਾਂ ਕਰ ਸਕਦੀ ਹੈ? ਬੱਚਿਆਂ ਤੇ, ਛੋਟੇ ਬੱਚਿਆਂ ਤੇ ਆ ਕੇ ਪਰਚੇ ਦਰਜ ਕਰਾ ਇਹਦੀ ਦੇਣ। ਕੋਈ ਤੁਸੀਂ ਜਾਂਚ ਕਰਾਉਣਾ ਚਾਹੁੰਦੇ ਹੋ ਉੱਚ ਅਧਿਕਾਰੀਆਂ ਤੋਂ? ਹਾਂਜੀ, ਅਸੀਂ ਇਹਨਾਂ ਦੀ ਲੈਣਾ ਚਾਹੁੰਦੇ ਹਾਂ ਵੀ ਸਾਨੂੰ ਇਹਨਾਂ ਦਾ ਇਨਸਾਫ ਮਿਲਣਾ ਚਾਹੀਦਾ ਹੈ ਵੀ ਇਹ ਕਿਉਂ ਸਾਡੇ ਗਰੀਬਾਂ ਨਾਲ ਇਸ ਤਰ੍ਹਾਂ ਹੋ ਚੱਕਾ ਹੈ। ਅੱਜ ਸਾਡੇ ਨਾਲ, ਕੱਲ ਨੂੰ ਫੇਰ ਸਾਡੇ ਨਾਲ ਹੋਵੇਗੀ। ਦੱਸੋ ਅਸੀਂ ਕਿੱਧਰ ਜਾਈਏ? ਗਰੀਬ ਬੰਦੇ, ਅਸੀਂ ਕੁਝ ਕਰ ਨਹੀਂ ਸਕਦੇ। ਇਹ ਪੁਲਿਸ ਨੂੰ ਹੈਗਾ ਵੀ ਸਾਡੇ ਸਟਾਰ ਲੱਗ ਜਾਣ, ਬੱਚਿਆਂ ਦੀ ਭਵਿੱਖ ਖਰਾਬ ਹੁੰਦਾ ਤਾਂ ਹੋ ਜਾਵੇ, ਪਰ ਇਹ ਸਰਕਾਰ ਦੱਸੇ ਨਾ ਵੀ ਇਹ ਭਵਿੱਖ ਬੱਚਿਆਂ ਦਾ ਖਰਾਬ ਕੀਤਾ ਜਾਵੇ। ਇਹ ਕੈਪਟਨ ਸਰਕਾਰ ਦੱਸ ਸਕਦੀ ਹੈ ਸਾਨੂੰ। ਸਰਕਾਰ ਸਾਨੂੰ ਇਨਸਾਫ ਦੇਵੇ, ਸਾਨੂੰ ਇਸ ਇਨਸਾਫ ਚਾਹੀਦਾ ਹੈ। ਬੱਚੀ ਕੁਵਾਰੀ ਹੈ, 22 ਸਾਲ ਦੀ ਉਹਨਾਂ ਦੀ ਉਮਰ ਹੈ, ਉਹਨਾਂ ਨਾਲ ਵੀ ਇਹ ਪਰਚਾ ਦਰਜ ਕਰਵਾਇਆ। ਵੇਖੋ ਜੀ, ਅਸੀਂ ਬੱਚੇ ਨੂੰ ਛਡਾਉਣ ਵਿੱਚ ਸਾਨੂੰ ਉਹਨਾਂ ਨੇ ਬਹੁਤ ਮਾਰਿਆ ਕੁੱਟਿਆ ਤੇ ਅਸੀਂ ਕੁਝ ਵੀ ਨਹੀਂ ਕਰ ਸਕਦੇ। ਫਿਰ ਵੀ ਉਹਨਾਂ ਨੇ ਸਾਡੇ ਤੇ 307 ਦਾ ਪਰਚਾ ਦਰਜ, ਸਾਨੂੰ ਪਿੱਛੇ ਪਤਾ ਲੱਗਿਆ ਵੀ ਸਾਡੇ ਤੇ ਪਰਚਾ ਦਰਜ ਵੀ ਹੋ ਚੁੱਕਾ ਹੈ। ਤੇ ਸਾਨੂੰ ਕਿਸੇ ਨੇ ਕਿਹਾ ਮੀਟਰਾਂ ਵਾਲੇ ਆ ਗਏ, ਅਸੀਂ ਇੱਕ ਮੀਟਰਾਂ ਵਾਲੇ ਕਰਿਆ ਸੀ, ਉਹ ਸਾਡੇ ਬੱਚੇ ਨੂੰ ਕੁੱਟਣ ਲੱਗ ਪਏ। ਕਿੰਨੀ ਉਮਰ ਸੀ ਮੁੰਡੇ ਦੀ? 14 ਸਾਲ ਮੁੰਡੇ ਦੀ ਉਮਰ ਸੀ। ਉਹਨੂੰ ਬੜਾ ਹੀ ਕੁੱਟਾ ਨੇ, ਬੜੇ ਹੁੰਦੇ ਬੱਚੇ ਨੂੰ ਲੰਮਾ ਪਾ ਤੇ ਕੁੱਟੀ ਗਏ ਨੇ। ਅਸੀਂ ਇੱਕ ਕਿਤੇ ਸਾਡਾ ਬੱਚਾ ਨਾ ਮਾਰ ਦੇਵੇ, ਕੱਲਾ ਸਾਡਾ ਬੱਚਾ ਸੀ। ਤੇ ਜਿਵੇਂ ਵੀ ਹੁੰਦਾ ਸਾਡੇ ਤੇ ਇਨਸਾਫ ਹੀ ਕਰੋ, ਸਾਡੇ ਤੇ ਝੂਠੇ ਜਲਾਮ ਲਾ ਤੇ ਸਾਡੇ ਤੇ ਪਰਚਾ ਕਰ ਦਿੱਤਾ। ਦੀਪਕ ਸਿੰਘ ਤੇ ਪੂਰਾ ਇਹਨਾਂ ਹਮਲਾ ਕੀਤਾ, ਟਰੈਕਟਰ ਚੜਾਉਣ ਦੀ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਇਹਨਾਂ ਦੇ ਪਰਚਾ ਦਰਜ ਕੀਤਾ ਗਿਆ। ਪਵਨ ਸਿੰਘ, ਸੰਤੋਖ ਸਿੰਘ, ਅਮਰੀਕ ਸਿੰਘ, ਜਰਨੈਲ ਸਿੰਘ, ਪ੍ਰੇਮ ਸਿੰਘ ਤੇ ਰਾਜ ਰਾਣੀ, ਪ੍ਰਕਾਸ਼ੋ ਤੇ ਭੋਲਾ ਪੁੱਤਰੀ ਕਰਨੈਲ ਸਿੰਘ, 8 ਆਦਮੀਆਂ ਤੇ ਪਰਚਾ ਦਰਜ ਹੋਇਆ। ਇਹਨਾਂ ਤੇ ਸੈਕਸ਼ਨ 307, 353, 332, 225, 186, 148, 149 IPC ਦਾ ਮੁਕੱਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ। ਗੋਰਾਣੀ ਪਿੰਡ ਮਾੜੇ ਕਲਾ ਰਹਿਣ ਵਾਲੀ। ਮੈਂ ਕਿਸੇ ਨੂੰ ਕਪੂਰ ਸਿੰਘ ਨੂੰ 35,000 ਰੁਪਇਆ ਦਿੱਤਾ ਸੀ, ਕਪੂਰ ਸਿੰਘ ਦੇ ਕਹਿਣੇ ਤੇ ਉਹਦੇ ਭਤੀਜੇ ਗਗਨਦੀਪ ਨੂੰ। ਉਹਨਾਂ ਨੇ ਮੈਨੂੰ ਘਰੇ ਸੱਦਿਆ ਕਿ ਆਪਣੇ ਪੈਸੇ ਆ ਕੇ ਲੈ ਜਾ। ਉਹਨਾਂ ਨੇ ਮੈਨੂੰ ਥਾਣੇ ਫੜਾ ਕੇ ਕੁੱਟਮਾਰ ਕਰਾਈ, ਜਿੱਦਾਂ ਕਿਸੇ ਜਾਨਵਰ ਨੂੰ ਕੁੱਟਿਆ ਜਾਂਦਾ ਇਸ ਤਰ੍ਹਾਂ ਮੈਨੂੰ ਕੁੱਟਿਆ ਗਿਆ। ਤੁਸੀਂ ਕੀ ਗੁਨਾਹ ਕੀਤਾ ਸੀਗਾ? ਜੀ ਮੇਰਾ ਕੋਈ ਗੁਨਾਹ ਨਹੀਂ ਸੀ। ਪੈਸੇ ਲੈਣ ਦਾ ਗੁਨਾਹ? ਹਾਂਜੀ, ਮੈਂ ਪੈਸੇ ਲੈਣ ਗਈ ਸਾਂ, ਉਹਨਾਂ ਤੋਂ ਆਪਣੇ ਦਿੱਤੇ ਹੋਏ ਪੈਸੇ ਲੈਣ ਗਈ ਸਾਂ। ਪੁਲਿਸ ਵਾਲਿਆਂ ਨੇ ਮੈਨੂੰ ਲੰਬੇ ਪਾ ਕੇ ਕੁੱਟਿਆ, ਮੇਰੀਆਂ ਲੱਤਾਂ ਦੇ ਵਿੱਚ ਡੰਡੇ ਪਾ ਕੇ ਮੈਨੂੰ ਨੀਚੇ ਬਿਠਾ ਕੇ ਕੁੱਟਿਆ, ਪੈਰਾਂ ਦੀਆਂ ਤਲੀਆਂ ਔਰ ਹੱਥਾਂ ਦੀਆਂ ਤਲੀਆਂ ਵੀ ਕੁੱਟੀਆਂ, ਨਜਾਇਜ਼ ਕੁੱਟਿਆ। ਨਜਾਇਜ਼ ਕੁੱਟਮਾਰ? ਹਾਂਜੀ, ਇੱਧਰੋਂ ਪਿੱਛੋਂ ਵੀ ਸਾਰੇ ਕੁੱਟਮਾਰ ਕੀਤੀ ਮੇਰੇ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਜੀ ਮੈਂ ਇਹ ਮੰਗ ਕਰਦੀ ਹਾਂ ਕਿ ਇੱਦਾਂ ਦੇ ਪੁਲਿਸ ਆਫਿਸਰਾਂ ਦੇ ਨਾਲ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹਨਾਂ ਤੇ ਆਪਾਂ ਵਿਸ਼ਵਾਸ ਕਰਦੇ ਹਾਂ, ਇਹ ਲੋਕਾਂ ਦਾ ਵਿਸ਼ਵਾਸ ਇਸ ਤਰ੍ਹਾਂ ਖਰਾਬ। ਇਹ ਜਿਨ੍ਹਾਂ ਨੂੰ ਇਨਸਾਫ ਦਿਵਾਉਣਾ ਉਹਨਾਂ ਨਾਲ ਕੁੱਟਮਾਰ ਕਰਦੇ ਨੇ। ਮੇਰੇ ਹਸਬੈਂਡ ਦੀ ਡੈਥ ਹੋਈ, ਮੈਂ ਇੱਕ ਵਿਧਵਾ ਲੇਡੀ ਸਾਂ, ਮੇਰੇ ਨਾਲ ਨਜਾਇਜ਼ ਕੁੱਟਮਾਰ ਕੀਤੀ ਇਹਨਾਂ ਨੇ। ਕੁੱਟਣ ਵਾਲੇ ਲੇਡੀਜ਼ ਪੁਲਿਸ ਸੀ ਜਾਂ ਜੈਂਟਸ? ਜੀ 2 ਲੇਡੀਜ਼ ਸੀ, ਇੱਕ ਕ੍ਰਿਸ਼ਨਾ ਰਾਣੀ ਤੇ ਇੱਕ ਸ਼ਿੰਦੋ ਬਾਈ ਤੇ 3 ਜੈਂਟਸ ਸੀ ਜਿਨ੍ਹਾਂ ਨੇ ਮੈਨੂੰ ਕੁੱਟਿਆ। ਜੈਂਟਸ ਦਾ ਨਾਂ ਨਹੀਂ ਮੈਂ ਜਾਣਦੀ, ਇੱਕ ਮੁੰਸ਼ੀ ਸੀਗਾ, ਉਹਨੇ ਵੀ ਮੈਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ। 2 ਜੈਂਟਸ ਸੀ, 3 ਜੈਂਟਸ, ਉਹਨਾਂ ਦਾ ਨਾਮ ਨਹੀਂ ਮੈਂ ਜਾਣਦੀ ਜੈਂਟਸ। ਜੀ ਉਹਨਾਂ ਦੇ ਆਫਿਸਰ ਲੈਣ ਲਈ ਆਏ, ਇੱਕ ਕੋਈ ਨਵਾਂ ਥਾਣੇਦਾਰ ਲੱਗਿਆ, ਉਹ ਬਿਆਨ ਲੈਣ ਲਈ ਆਇਆ।
ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਕਹਿੰਦਾ ਆਪਾਂ ਪੁਲਿਸ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕਰਾਣੀ, ਆਪਾਂ ਉਹਨਾਂ ਦਾ ਨਾਮ ਹੀ ਲੈ ਦਾਂਗੇ ਘਰ ਵਾਲਿਆਂ ਦਾ, ਕਿ ਉਹਨਾਂ ਨੇ ਇਸ ਤਰ੍ਹਾਂ ਕੁੱਟਮਾਰ ਤੁਹਾਡੇ ਨਾਲ ਕੀਤੀ। ਇਸ ਦੇ ਲਈ ਮੈਂ ਆਪਣੀ ਮਰਜ਼ੀ ਨਾਲ ਬਿਆਨ ਨਹੀਂ ਦਿੱਤੇ, ਉਹਨਾਂ ਨੇ ਆਪ ਹੀ ਬਿਆਨ ਲਿਖ ਕੇ ਲੈ ਕੇ ਮੇਰੇ ਕੋਲ। ਤੁਹਾਡੀ ਕੀ ਮੰਗ ਹੈ ਕੈਪਟਨ? ਮੇਰੀ ਮੰਗ ਇਹ ਹੈ ਕੈਪਟਨ ਸਰਕਾਰ ਤੋਂ ਕਿ ਜਿਹੜੇ ਇਸ ਤਰ੍ਹਾਂ ਦੇ ਦੋਸ਼ੀ ਨੇ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਜਿਸ ਤਰ੍ਹਾਂ ਮੇਰੇ ਨਾਲ ਹਾਲਾਤ ਹੋਏ ਨੇ, ਇਸ ਤਰ੍ਹਾਂ ਕਿਸੇ ਹੋਰ ਧੀ ਭੈਣ ਨਾਲ ਹਾਲਾਤ ਹੋਣ। ਤੁਹਾਡਾ ਹਲਕਾ ਕਿਹੜਾ ਪੈਂਦਾ? ਜੀ ਸਾਡਾ ਫਿਰੋਜ਼ਪੁਰ ਜ਼ਿਲ੍ਹਾ ਹੈ, ਗੁਰੂ ਸਾਹਿਬ ਮੰਡੀ ਇਲਾਕਾ ਹੈ। ਗੁਰੂ ਸਾਹਿਬ ਹਲਕਾ ਕਿੰਦਾ ਹਲਕਾ ਰਾਣੇ ਸੋਢੀ ਦਾ। ਉਹਦੇ ਵਿੱਚ ਹੀ ਵਾਰਦਾਤਾਂ ਹੈ? ਹਾਂਜੀ, ਉਧਰ ਬਹੁਤ ਜ਼ਿਆਦੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੁੰਦੀਆਂ ਨੇ ਤੇ ਕੋਈ ਸੁਣਾਈ ਨਹੀਂ ਕੀਤੀ ਜਾਂਦੀ। ਕੈਪਟਨ ਸਰਕਾਰ ਤੋਂ ਇਹ ਮੰਗ ਕੀਤੀ ਜਾਵੇ ਕਿ ਇਹੋ ਜਿਹੇ ਆਫੀਸਰਾਂ ਦੇ ਨਾਲ ਸਖਤ ਕਾਰਵਾਈ ਕੀਤੀ ਜਾਵੇ। ਲੜਕੀ ਜਿਹੜੀ ਹੈਗੀ ਸੀਗੀ, ਮਤਲਬ ਉਹਦੇ ਨਾਲ ਕੁੱਟਮਾਰ ਕੀਤੀ ਗਈ ਸੀ, ਕੀ ਕਾਰਨ? ਕੰਪਲੇਂਟ ਸਾਡੇ ਕੋਲ ਐਮਐਲਆਰ ਆਈ ਸੀਗੀ, ਮੰਗੋ ਰਾਣੀ ਆ, ਵਾਸੀ ਮਾੜੇ ਕਲਾਂ, ਪੁੱਤਰੀ ਪੱਪੂ ਸਿੰਘ ਆ, ਵਾਸੀ ਮਾੜੇ ਕਲਾਂ, ਵਿਧਵਾ। ਹਾਂਜੀ, ਉਹ ਬਾਅਦ ਚ ਪਤਾ ਲੱਗਿਆ ਜੀ, ਉਹ ਜਦੋਂ ਐਮਐਲਆਰ ਦੇ ਸੰਬੰਧ ਵਿੱਚ ਉਹਨਾਂ ਦਾ ਬਿਆਨ ਲਿਖਿਆ, ਉਹਦੇ ਵਿੱਚ ਉਹਨੇ ਦੱਸਿਆ ਕਿ ਉਹ ਪਹਿਲਾਂ ਕਿਤੇ ਵਿਆਹੀ ਹੋਈ ਸੀਗੀ, ਪਹਿਲਾਂ ਵਿਆਹੀ ਸੀ ਅਬੋਹਰ ਵਾਲੀ ਸਾਈਡ ਕਿਤੇ ਵਿਆਹੀ ਸੀ। ਹਾਂਜੀ। ਉਹਦੇ ਪਤੀ ਦੀ ਡੈਥ ਹੋ ਗਈ ਸੀ ਤੇ ਹੁਣ ਇੱਥੇ ਆਪਦੇ ਮਾਤਾ ਪਿਤਾ ਕੋਲ ਰਹਿ ਰਹੀ ਮਾੜੇ ਕਲਾਂ ਹੀ। ਤੇ ਉਹਦੇ ਐਮਐਲਆਰ ਦੇ ਸੰਬੰਧ ਵਿੱਚ ਜਿਹੜਾ ਇਹਨਾਂ ਦੀ ਸਟੇਟਮੈਂਟ ਲਈ ਹੈ, ਉਹਦੇ ਵਿੱਚ ਉਹਨੇ ਲਿਖਾਇਆ ਕਿ ਗਗਨਦੀਪ ਆ ਪੁੱਤਰ ਮੱਖਣ ਸਿੰਘ, ਇੱਕ ਨਿੰਮੋ ਆ ਪਤਨੀ ਮੱਖਣ ਸਿੰਘ, ਹਾਂਜੀ, ਇੱਕ ਰਾਣੀ ਆ ਜੀ ਪਤਨੀ ਬੋਰ ਸਿੰਘ, ਤੇ ਇੱਕ ਅੰਗਰੇਜ਼ ਆ ਅੰਗਰੇਜ਼ ਕਪੂਰ ਆ ਪੁੱਤਰ ਨਾਮ ਲੂਮਾ ਵਾਸੀ ਹਾਜੀ ਬੇਟੂ। ਹਾਂਜੀ। ਮਤਲਬ ਇਹਨਾਂ ਨੇ ਉਹਦੀ ਕੁੱਟਮਾਰ ਕੀਤੀ, ਜਿਹੜਾ ਉਹਨੇ ਬਿਆਨ ਵਿੱਚ ਲਿਖਾਇਆ। ਕਿ ਪੈਸੇ ਦੇ ਲੈਣ ਦੇਣ ਚ ਸੀਗੀ? ਹਾਂਜੀ, ਇਹ ਵੀ ਉਹਨਾਂ ਨੇ ਲਿਖਾਇਆ, ਐਲੀਗੇਸ਼ਨ ਲਾਇਆ ਕਿ ਜਿਹੜਾ 35,000 ਰੁਪਇਆ ਗਗਨਦੀਪ ਨੂੰ ਇਹਨਾਂ ਨੇ ਦਿੱਤਾ ਸੀ, ਉਧਾਰਾ ਦਿੱਤਾ ਸੀ, ਤੇ ਜਿਹੜੀ ਉਹ ਪੈਸੇ ਲੈਣ ਦੇ ਸੰਬੰਧ ਵਿੱਚ ਜਾਂ ਮੰਗਣ ਵਾਸਤੇ ਗਈ ਸੀ ਉਹਨਾਂ ਦੇ ਘਰੇ, ਤੇ ਉਹਨਾਂ ਨੇ ਮਤਲਬ ਇਹਦੀ ਪੈਸੇ ਦੇਣ ਦੀ ਬਜਾਏ ਕੁੱਟਮਾਰ ਕੀਤੀ ਹੈ। ਉਹ ਪੁਲਿਸ ਤੇ ਵੀ ਦੋਸ਼ ਲਾ ਰਹੀ, ਮੈਨੂੰ ਪੁਲਿਸ ਨੇ ਥਾਣੇ ਲਿਆ ਕੇ ਜਿਹੜੇ ਕੁੱਟਮਾਰ ਕੀਤੀ ਹੈ ਉਹ ਨਹੀਂ, ਪੁਲਿਸ ਦਾ ਕੋਈ ਵੀ ਬਿਆਨ ਵਿੱਚ ਉਹਨੇ ਪੁਲਿਸ ਬਾਰੇ ਕੁਝ ਵੀ ਨਹੀਂ ਕਿਹਾ। ਇਹ ਮਤਲਬ ਕੋਈ ਐਲੀਗੇਸ਼ਨ ਇਦਾਂ ਦਾ ਨਹੀਂ ਹੈ, ਕੁੜੀ ਕੋਲ ਕੋਈ ਵੀ ਨਹੀਂ ਹੈ। ਉਹ ਕਹਿੰਦੇ ਮੈਨੂੰ ਜਾਨਵਰਾਂ ਵਾਂਗੂ ਕੁੱਟਿਆ ਗਿਆ ਥਾਣੇ ਲਿਆ ਕੇ। ਬਿਲਕੁਲ ਨਹੀਂ, ਇਦਾਂ ਦਾ ਕੋਈ ਬਿਲਕੁਲ ਸੰਤੁਸ਼ਟ ਨੇ, ਕੋਈ ਉਹਨਾਂ ਨੇ ਇਦਾਂ ਦੀ ਗੱਲ ਨਹੀਂ ਕੀਤੀ ਪੁਲਿਸ ਬਾਰੇ। ਜੋ ਵੀ ਬਿਆਨ ਲਿਖਾਇਆ, ਜਿਹੜੇ ਦੋਸ਼ੀਆਂ ਦਾ ਪਹਿਲਾ ਨਾਮ ਲਿਆ, ਉਹਨਾਂ ਦੇ ਖਿਲਾਫ ਹੀ ਉਹਨਾਂ ਨੇ ਕੋਈ ਮਾਮਲਾ ਦਰਜ ਕਰਤਾ ਸਰ? ਨਹੀਂ ਜੀ, ਐਮਐਲਆਰ ਦੇ ਮੁਤਾਬਕ ਜਿਹੜੀ ਇਹਦੇ ਵਿੱਚ ਸਿੰਪਲ ਸੱਟਾਂ ਨੇ, ਉਹਦੇ ਬਿਹਾਰ ਤੇ ਜਿਹੜੀ ਆ ਰੈਫਟ ਦਰਜ ਕੀਤੀ ਗਈ ਹੈ, ਤੇ ਇੱਕ ਸੱਟ ਜਿਹੜੀ ਅੰਡਰ ਐਕਸੇ ਰੱਖੀ ਹੈ। ਉਸ ਤੋਂ ਬਾਅਦ ਐਕਸੇ ਹੋਣ ਤੋਂ ਬਾਅਦ ਜਿਹੜੀ ਕਾਰਵਾਈ ਹੋਏਗੀ ਜਾਂਦੀ ਹੋਏਗੀ। ਟਾਂਡਾ ਉੜਮਰ ਦੇ ਵਿੱਚ ਚੋਰਾਂ ਨੇ ਸਰਕਾਰੀ ਹਸਪਤਾਲ ਚੌਂਕ ਨਜ਼ਦੀਕ ਸਵੀਟ ਸ਼ਾਪ ਅਤੇ ਮੈਡੀਕਲ ਸਟੋਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਚੋਰੀ ਕਰ ਲਈ ਹੈ। ਚੋਰਾਂ ਨੇ ਸੰਦੀਪ ਸਵੀਟ ਸ਼ਾਪ ਦੀ ਛੱਤ ਵੱਲੋਂ ਦੁਕਾਨ ਦੇ ਵਿੱਚ ਦਾਖਲ ਹੋ ਕੇ ਗੱਲੇ ਦੇ ਵਿੱਚ ਪਏ ਲਗਭਗ 60,000 ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰ ਦੀ ਇਹ ਸਾਰੀ ਕਰਤੂਤ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਜਿਸ ਦੇ ਵਿੱਚ ਚੋਰ ਦਾ ਚਿਹਰਾ ਵੀ ਸਾਫ਼ ਵੇਖਿਆ ਜਾ ਸਕਦਾ ਹੈ। ਅੰਮ੍ਰਿਤਸਰ ਦੇ ਨਗਰ ਨਿਗਮ ਦੇ ਵਿੱਚ ਤੈਨਾਤ ਸੈਨੇਟਰੀ ਇੰਸਪੈਕਟਰ ਹਰਜਿੰਦਰ ਸਿੰਘ ਨੂੰ ਅੱਜ ਸਵੇਰੇ ਹੀ ਰੰਗੇ ਹੱਥੀਂ ਰਿਸ਼ਵਤ ਲੈਂਦੇ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦੇ ਮੁਤਾਬਿਕ ਨਗਰ ਨਿਗਮ ਦੇ ਵਿੱਚ ਤੈਨਾਤ ਇੱਕ ਸਫਾਈ ਸੇਵਕ ਦੀ ਸ਼ਿਕਾਇਤ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਨੂੜ ਵਿਖੇ ਇੱਕ ਮੋਟਰਸਾਈਕਲ ਚਾਲਕ ਦੀਆਂ ਅੱਖਾਂ ਦੇ ਵਿੱਚ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਮਿਰਚਾਂ ਪਾ ਕੇ 1,30,000 ਰੁਪਏ ਦੀ ਰਾਸ਼ੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ 2 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸਿਟੀ ਪੁਲਿਸ ਥਾਣਾ ਰੂਪਨਗਰ ਦੇ ਵਿੱਚ ਅਣਪਛਾਤੇ ਵਿਅਕਤੀ ਦੇ ਖਿਲਾਫ ਧੋਖੇ ਦੇ ਨਾਲ ਬੈਂਕ ਦਾ ਪਾਸਵਰਡ ਲੈ ਕੇ ਇੱਕ ਵਿਅਕਤੀ ਦੇ ਵੱਖ-ਵੱਖ ਬੈਂਕ ਖਾਤਿਆਂ ਦੇ ਵਿੱਚੋਂ 45,500 ਰੁਪਏ ਦੀ ਨਕਦੀ ਕੱਢਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਬੰਦਾ ਦੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਦੇ ਵਿੱਚ 6 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 3 ਸਾਲਾਂ ਦੀ ਲੜਕੀ ਸਮੇਤ 3 ਹੋਰ ਲੋਕ ਵੀ ਜ਼ਖਮੀ ਹੋਏ ਹਨ। ਇਹ ਹਾਦਸਾ ਪੇਂਡੂ ਥਾਣਾ ਖੇਤਰ ਦੇ ਜਮਾਲਪੁਰ ਪੈਟਰੋਲ ਪੰਪ ਦੇ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਤੇਜ਼ ਰਫ਼ਤਾਰ ਰੋਡਵੇਜ਼ ਦੀ ਬੱਸ ਨੇ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਅਤੇ ਬਾਅਦ ਦੇ ਵਿੱਚ ਉਹ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਵਿੱਚ 10 ਲੋਕ ਸਵਾਰ ਸਨ, ਜੋ ਕਿ ਬਹੁਤ ਹੀ ਔਖੇ ਹੋ ਕੇ ਬੈਠੇ ਹੋਏ ਸਨ। ਬਰਨਾਲਾ ਦੇ ਪਿੰਡ ਧੋਲਾ ਦੇ ਵਿੱਚ 2 ਚਚੇਰੇ ਕਿਸਾਨ ਭਰਾਵਾਂ ਦੇ ਦਰਮਿਆਨ ਜ਼ਮੀਨੀ ਲੜਾਈ ਦੇ ਵਿਵਾਦ ਦੇ ਕਾਰਨ ਇੱਕ ਵਿਅਕਤੀ ਦੇ ਵੱਲੋਂ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਮ੍ਰਿਤਕ ਦਾ ਪੋਸਟਮਾਰਟਮ ਕਰਕੇ ਅਗਲੇਰੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਗਈ।
ਧਨੌਲਾ ਦੇ ਜੈਦਾਪੱਤੀ ਵਸਨੀਕ ਸਾਬਕਾ ਫੌਜੀ ਦੇ ਵੱਲੋਂ ਘਰੇਲੂ ਕਲੇਸ਼ ਦੇ ਕਾਰਨ ਆਪਣੇ ਆਪ ਨੂੰ ਅੱਗ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ। ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਸਾਬਕਾ ਫੌਜੀ ਹਰਪ੍ਰੀਤ ਸਿੰਘ, ਜਿਸ ਦੀ ਉਮਰ 40 ਸਾਲ ਦੱਸੀ ਜਾ ਰਹੀ ਹੈ, ਉਸਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਸਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਉਸਨੂੰ ਕਥਿਤ ਤੌਰ ਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ। ਇਸ ਬਾਬਤ ਉਸਨੇ ਕਈ ਵਾਰ ਥਾਣੇ 'ਚ ਵੀ ਫਰਿਆਦ ਕੀਤੀ, ਪਰ ਕੋਈ ਕਾਰਵਾਈ ਪੁਲਿਸ ਵੱਲੋਂ ਨਹੀਂ ਅਮਲ ਵਿੱਚ ਲਿਆਂਦੀ ਗਈ, ਜਿਸ ਤੋਂ ਤੰਗ ਆ ਕੇ ਉਸਨੇ ਆਪਣੇ ਆਪ ਨੂੰ ਅੱਗ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਦੁਨੀਆ ਦੇ ਹਰ ਕੋਨੇ ਦੀ ਨਿਊਜ਼ ਤੁਹਾਡੀ ਆਪਣੀ ਭਾਸ਼ਾ ਵਿੱਚ 24 ਆਵਰਸ ਲਾਈਵ ਨਿਊਜ਼ ਚੈਨਲ ਫਾਸਟਵੇ ਟੀਵੀ ਅਤੇ ਸਾਡੇ YouTube ਚੈਨਲ ਫਾਸਟਵੇ ਟੀਵੀ USA ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਸੀਂ ਫਾਸਟਵੇ ਟੀਵੀ ਵੀ Facebook ਤੇ ਲਾਈਵ ਵੇਖ ਸਕਦੇ ਹੋ। ਫਾਸਟਵੇ ਟੀਵੀ ਦੀ ਐਪ ਤੁਸੀਂ ਐਪਲ ਅਤੇ ਐਂਡਰੋਇਡ ਫੋਨ ਤੇ ਡਾਊਨਲੋਡ ਕਰ ਸਕਦੇ ਹੋ। ਵਰਲਡ ਦੇ ਸਾਰੇ IPTV ਤੇ ਦੇਖਿਆ ਜਾਣ ਵਾਲਾ ਫਾਸਟਵੇ ਟੀਵੀ ਚੈਨਲ। ਜੇਕਰ ਤੁਸੀਂ ਆਪਣੇ ਇਲਾਕੇ ਦੀ ਕੋਈ ਵੀ ਨਿਊਜ਼ ਜਾਂ ਜਾਣਕਾਰੀ ਦੇਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਤੇ ਸੰਪਰਕ ਕਰੋ 9177469910। ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ। ਰਾਜਨੀਤੀ ਦੇ ਦਾਅ ਪੇਚ ਹੋਣ ਜਾਂ ਖੇਡਾਂ ਦੀ ਰਾਜਨੀਤੀ, ਗੱਲ ਹੋਵੇ ਸਿਨੇਮਾ ਦੀ ਚਕਾਚੌਂਧ ਦੀ ਜਾਂ ਅਪਰਾਧ ਦੇ ਅਤਿਆਚਾਰ ਦੀ, ਆਮ ਹੋ ਜਾਂ ਖਾਸ, ਨੇਤਾ ਹੋ ਜਾਂ ਕਲਾਕਾਰ, ਗੱਲ ਸਮਾਜ ਦੇ ਹਰ ਪੱਖ ਦੀ, ਹਰ ਖਬਰ ਦਾ ਹੁੰਦਾ ਵੱਖਰਾ ਅੰਦਾਜ਼, ਹਰ ਖਬਰ ਦੀ ਹੁੰਦੀ ਵੱਖਰੀ ਜਿਹੀ ਗੱਲ, ਬਸ ਲੋੜ ਹੈ ਥੋੜੇ ਜਿਹੇ ਹੌਸਲੇ ਦੀ, ਸੱਚ ਕਹਿਣ ਅਤੇ ਸੱਚ ਵਿਖਾਉਣ ਦੀ ਹਿੰਮਤ। ਇਸੇ ਹਿੰਮਤ ਦੇ ਨਾਲ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਤੁਹਾਡਾ ਆਪਣਾ ਫਾਸਟਵੇ ਟੀਵੀ ਚੈਨਲ।